ਤੁਸੀਂ ਆ 12 AIP ਲੈ ਕੇ ਕਿਹੜਾ ਵੱਡਾ ਤੀਰ ਮਾਰਿਆ? ਸਾਡੇ ਕੋਲ 11 EIP ਆਏ हैं और 11 ਦੇ 11 ਡਿਫਰੈਂਟ ਸਟੂਡੈਂਟ ਦੇ हैं ਜਿਨ੍ਹਾਂ ਦਾ ਆਈਲੈਟਸ ਦੇ ਨਾਲ ਵੀਜ਼ਾ ਆਇਆ, 6 ਚ ਨਾਲ ਆਇਆ, 21 ਚ 5.5 ਦੇ ਨਾਲ ਆਇਆ ਤੇ PT ਦੇ ਨਾਲ ਆਇਆ। ਤਾਂ ਇਹ ਜਿਹੜੀ ਅਫਵਾਹ ਚੱਲੀ ਕਿ ਮੇਰੀ ਐਮਬੈਸੀ ਦੇ ਵਿੱਚ ਸੈਟਿੰਗ ਹੈ, ਮੇਰੀ ਵੀਜ਼ਾ ਆਫਿਸਰ ਨਾਲ ਗੱਲ ਹੋ ਗਈ ਹੈ, ਸਾਰੇ EIP ਨੂੰ ਮਿਲਣਗੇ। ਵੀਜ਼ਾ EIP ਗ੍ਰਾਂਟ ਹੋਣਾ ਬੱਚੇ ਦੇ ਡਾਕੂਮੈਂਟਸ ਦੇ ਆਧਾਰ ਤੇ। ਬੱਚੇ ਦੀ ਡਾਕੂਮੈਂਟਸ ਤੁਸੀਂ ਕੰਪਲੀਟ ਲਗਾਏ ਹੈ, ਤੁਹਾਡਾ ਕਵਰਿੰਗ ਲੈਟਰ ਹੈ और ਉਹਦੇ 'ਚ ਉਹਨਾਂ ਨੇ ਬਿਲਕੁਲ ਲਿਖਿਆ ਕਿ ਹਾਈਲੀ ਰਿਕਮੈਂਡਡ ਕਰਕੇ ਉਹਨਾਂ ਨੇ ਬੋਲਿਆ ਕਿ ਜਿਹੜੇ ਸਟੂਡੈਂਟ ਫਾਈਲ ਲਗਾ ਰਹੇ ਹੋ ਹਾਈਲੀ ਰਿਕਮੈਂਡਡ ਹੈ। ਆਪਣੀ ਫਾਈਲ ਦੇ ਵਿੱਚ ਇਹ ਚੀਜ਼ ਮੈਂਸ਼ਨ ਕਰਾਂ, ਤੁਸੀਂ ਕੈਨੇਡਾ ਕਿਉਂ ਆਉਣਾ ਚਾਹੁੰਦੇ ਹੋ ਇਸ ਟਾਈਮ ਦੇ ਉੱਤੇ, ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ। ਅਗਰ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਹੈ ਤਾਂ ਉਸ ਗੈਪ ਦੇ ਵਿੱਚ ਕੁਝ ਕੀਤਾ ਤਾਂ ਗੈਪ ਦੇ ਸਾਰੇ ਪ੍ਰੂਫ ਤੁਸੀਂ ਨਾਲ ਲਗਾਓ। ਰਿਕੁਆਇਰਮੈਂਟਸ ਬੱਚਿਆਂ ਨੇ ਪੂਰੀਆਂ ਕੀਤੀਆਂ ਸੀ ਜਿਨ੍ਹਾਂ ਦੇ AIP ਆਏ ਨੇ, ਆਇਲਸ ਉਹਨਾਂ ਦੇ ਸਾਰੇ ਕੰਪਲੀਟ ਸੀ, ਮਾਰਕਸ ਵਧੀਆ ਸੀ, ਉਹਨਾਂ ਦੀ ਹੀ ਸਿਰਫ AIP ਆਈ ਹੈ। ਜਿਹੜੇ ਸਟੂਡੈਂਟ ਦਾ EIP ਆਇਆ ਉਹਨਾਂ ਵਿੱਚ ਕੁਝ ਸਟੂਡੈਂਟ 6 ਈਚ ਬੈਂਡ ਨਾਲ ਹੈ, ਕੁਝ ਸਟੂਡੈਂਟ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਨੰਬਰ ਘੱਟ ਸੀਗੇ ਔਰ ਉਹਨਾਂ ਦਾ ਵੀਜ਼ਾ ਵੀ ਆਇਆ, ਕੁਝ ਸਟੂਡੈਂਟ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਆਈਲੈਟਸ ਦੇ ਵਿੱਚ 21 ਚੋਂ 5.5 ਸੀ। ਈਵਨ ਸਾਡਾ ਇੱਕ ਵੀਜ਼ਾ ਇੱਦਾਂ ਦਾ ਜਿਹੜਾ PT ਦੇ ਨਾਲ ਵੀ ਆ ਗਿਆ। ਚਾਂਸਸ ਕੀ ਲੱਗ ਰਹੇ ਨੇ? ਐਮਬੈਸੀ ਕੀ ਮਤਲਬ ਪੋਜ਼ਿਟਿਵਿਟੀ ਦਿਖਾ ਰਹੀ ਹੈ ਕਿ ਹੁਣ ਆਉਣ ਦੋ ਵੀਜ਼ੇ, ਐਪਲੀਕੇਸ਼ਨ ਆਉਣ ਦੋ ਤੇ ਵੀਜ਼ੇ ਲਈ ਜਾਓ? ਉਸ ਹਿਸਾਬ ਨਾਲ ਤਾਂ ਇਹ ਲੱਗ ਰਿਹਾ ਕਿ ਹਾਈ ਕਮਿਸ਼ਨ ਜਿਹੜਾ ਐਤਕੀ EIP ਗ੍ਰਾਂਟ ਕਰੇਗਾ, ਪਰ ਗੱਲ ਉਹੀ ਆ ਗਈ EIP ਉਹਨਾਂ ਦੇ ਗ੍ਰਾਂਟ ਕਰੇਗਾ ਜਿਨ੍ਹਾਂ ਦੀ ਫਾਈਲ ਕੰਪਲੀਟ ਐਮਬੈਸੀ ਵਿੱਚ ਜਮ੍ਹਾਂ ਹੋਈ ਹੈ, ਜਿਨ੍ਹਾਂ ਦੀ SOP ਕਵਰਿੰਗ ਲੈਟਰ ਅੱਛੀ ਬਣੀ ਹੈ, ਜਿਨ੍ਹਾਂ ਨੇ ਫਰਸਟ ਸਟੇਜ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਕੀਤਾ। ਕੈਨੇਡਾ ਜਾਣ ਵਾਲੇ ਵਿਦਿਆਰਥੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਹਨਾਂ ਦਾ ਵੀਜ਼ਾ ਲੱਗੇ ਤੇ ਕਦੋਂ ਉਹ ਬਾਹਰ ਜਾਣ। ਉਸ ਤੋਂ ਬਾਅਦ ਕੈਨੇਡਾ ਐਮਬੈਸੀ ਨੇ ਨਵਾਂ ਪ੍ਰੋਸੈਸ ਸ਼ੁਰੂ ਕੀਤਾ। 2 ਸਟੇਜਸ ਦੇ ਵਿੱਚ ਜਿਹੜਾ ਉਹਨਾਂ ਦਾ ਵੀਜ਼ਾ ਅਪਲਾਈ ਹੋਏਗਾ। AIP ਦੀ ਗੱਲ ਕੀਤੀ ਐਮਬੈਸੀ ਨੇ ਕਿ ਸਟੂਡੈਂਟ ਨੂੰ ਪਹਿਲਾਂ ਜਿਹਨੇ ਸਪਟੈਂਬਰ ਇਨਟੇਕ ਲਈ ਪੜ੍ਹਨਾ ਹੈ ਉਹ AIP ਲੈ ਕੇ ਆਪਣੀਆਂ ਕਲਾਸਾਂ ਇੱਥੋਂ ਹੀ ਸ਼ੁਰੂ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਫਿਰ ਵਿਦਿਆਰਥੀਆਂ ਨੂੰ AIP ਦਾ ਇੰਤਜ਼ਾਰ ਹੋਣ ਲੱਗ ਗਿਆ ਕਿ ਕਦੋਂ ਉਹਨਾਂ ਦੀ AIP ਆਏਗੀ। ਤਾਂ ਹੁਣ ਅਸੀਂ ਇਸ ਸਮੇਂ ਖੜੇ ਹਾਂ ਲੁਧਿਆਣਾ ਦੇ ਵਿਜ਼ਨ ਗਰੁੱਪ ਦੇ ਵਿੱਚ, ਜਿੱਥੇ ਇਹਨਾਂ ਦੇ 12 AIP ਆਏ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ। ਸਾਡੇ ਨਾਲ ਹਨੀਸ਼ ਉੱਪਲ ਜੀ ਮੌਜੂਦ ਨੇ। ਹਨੀਸ਼ ਜੀ, ਕਿਹੜੀ ਤੁਹਾਡੇ ਕੋਲ ਇਹੋ ਜਿਹੀ ਜਾਦੂ ਦੀ ਛੜੀ ਹੈ ਜਿਹੜੇ ਤੁਹਾਡੇ ਇੱਕੋ ਦਮ 12 AIP ਆਏ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਜਿਹੜਾ ਵੀਜ਼ਾ AIP ਹੈ ਉਹ ਸਾਡਾ ਜਿਹੜਾ ਫਰਸਟ ਜਿਹੜਾ EIP ਗ੍ਰਾਂਟ ਹੋਇਆ ਸੀ 11 ਤਰੀਕ ਨੂੰ ਹੋਇਆ ਸੀ, ਜੋ ਕਿ ਨਾਰਮਲ ਕੰਸਲਟੈਂਟ ਜਿਹੜਾ EIP ਉਹ 7 ਤਰੀਕ ਨੂੰ ਆ ਗਈ। ਸਾਨੂੰ ਵੀ AIP 7 ਨੂੰ ਆਇਆ, ਬਟ ਪਤਾ ਨਹੀਂ ਕੁਝ ਟੈਕਨੀਕਲ ਰੀਜ਼ਨ ਕਰਕੇ ਸਾਨੂੰ 11 ਤਰੀਕ ਨੂੰ ਪਹਿਲਾ AIP ਗ੍ਰਾਂਟ ਹੋਇਆ, ਜੋ ਕਿ EIP ਆਪਣੀ ਆਪਾਂ ਫੇਸਬੁੱਕ ਪੇਜ ਤੇ ਦਿਖਾਇਆ। ਲੁਧਿਆਣੇ ਦਾ ਬੱਚਾ ਜਿੰਦੇ 21 ਚੋਂ 5.5 ਬੈਂਡ ਦੇ ਨਾਲ ਵੀਜ਼ਾ ਹੈ। ਉਸ ਤੋਂ ਬਾਅਦ ਸਾਡੇ 13 ਤਰੀਕ ਨੂੰ ਯਾਨੀ ਕੱਲ ਰਾਤ ਨੂੰ ਸਾਨੂੰ 11 EIP ਇਕੱਠੇ ਰਿਸੀਵਡ ਹੋਏ ਹਨ, ਜੋ ਕਿ ਆਈ ਥਿੰਕ ਸੋ ਇਸ ਸਮੇਂ ਪੂਰੇ ਪੰਜਾਬ ਵਿੱਚ, ਪੂਰੇ ਨਾਰਥ ਦੇ ਵਿੱਚ ਇਹ ਪਹਿਲੀ ਕੰਪਨੀ ਹੈ ਜਿਨ੍ਹਾਂ ਦੇ 11 EIP ਇੱਕ ਦਿਨ ਦੇ ਵਿੱਚ ਆਏ ਹਨ। ਔਰ ਇਹ ਸਾਰੇ EIP ਜਿਹੜੇ ਹੈ ਉਹ ਸਟੂਡੈਂਟ ਦੇ ਆਏ ਹਨ ਜਿਨ੍ਹਾਂ ਦੀ ਫਾਈਲਾਂ ਮਾਰਚ, ਅਪ੍ਰੈਲ, ਮਈ ਔਰ ਜੂਨ ਦੇ ਵਿੱਚ ਲੱਗੀਆਂ ਸੀ। ਕੀ ਰਿਕੁਆਇਰਮੈਂਟਸ ਬੱਚਿਆਂ ਨੇ ਪੂਰੀਆਂ ਕੀਤੀਆਂ ਸੀ ਜਿਨ੍ਹਾਂ ਦੇ AIP ਆਏ ਨੇ? ਆਇਲਸ ਉਹਨਾਂ ਦੇ ਸਾਰੇ ਕੰਪਲੀਟ ਸੀ, ਮਾਰਕਸ ਵਧੀਆ ਸੀ, ਉਹਨਾਂ ਦੀ ਹੀ ਸਿਰਫ AIP ਆਈ ਹੈ? ਨਹੀਂ, ਪਹਿਲੀ ਗੱਲ ਤਾਂ ਇਹ ਸਟੂਡੈਂਟ ਉਹ ਹੈਗੇ ਜਿਨ੍ਹਾਂ ਦਾ ਮਾਰਚ, ਅਪ੍ਰੈਲ ਔਰ ਲੋਕਡਾਊਨ ਦੇ ਵਿੱਚ ਅਪਲਾਈ ਕੀਤਾ ਹੋਇਆ ਸੀਗਾ। ਇਹਨਾਂ ਵਿੱਚ ਸਟੂਡੈਂਟ ਉਹ ਹੈ ਜਿਨ੍ਹਾਂ ਨੇ ਲੋਕਡਾਊਨ ਤੋਂ ਪਹਿਲਾਂ ਫਾਈਲ ਲਗਾਈ ਸੀ, ਕੁਝ ਸਟੂਡੈਂਟ ਲੋਕਡਾਊਨ ਦੇ ਵਿੱਚ ਵੀ ਫਾਈਲ ਲਾਈ ਸੀ। ਜਿਹੜੇ ਸਟੂਡੈਂਟ ਦਾ AIP ਆਇਆ ਉਹਨਾਂ ਵਿੱਚ ਕੁਝ ਸਟੂਡੈਂਟ 6 ਈਚ ਬੈਂਡ ਨਾਲ ਹੈ, ਕੁਝ ਸਟੂਡੈਂਟ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਨੰਬਰ ਘੱਟ ਸੀਗੇ ਔਰ ਉਹਨਾਂ ਦਾ ਵੀਜ਼ਾ ਵੀ ਆਇਆ, ਕੁਝ ਸਟੂਡੈਂਟ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਆਈਲੈਟਸ ਦੇ ਵਿੱਚ 21 ਚੋਂ 5.5 ਸੀ। ਈਵਨ ਸਾਡਾ ਇੱਕ ਵੀਜ਼ਾ ਇੱਦਾਂ ਦਾ ਜਿਹੜਾ PT ਦੇ ਨਾਲ ਵੀ ਆ ਗਿਆ। ਤੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਿ PT ਦੇ ਨਾਲ ਕੈਨੇਡਾ ਦਾ ਵੀਜ਼ਾ ਅਪਲਾਈ ਨਹੀਂ ਹੋ ਸਕਦਾ, ਤੇ ਹੁਣ ਕੈਨੇਡਾ ਐਮਬੈਸੀ ਨੇ PT ਦੇ ਨਾਲ ਵੀ ਵੀਜ਼ਾ ਦੇਣਾ ਸ਼ੁਰੂ ਕਰਤਾ। ਦੇਖੋ, ਜਿਹੜਾ PT ਦੇ ਨਾਲ ਵੀਜ਼ਾ ਹੈਗਾ ਉਹ ਪਹਿਲਾਂ ਵੀ ਦੇ ਰਹੀ ਸੀ, ਪਰ ਪਹਿਲਾਂ ਕੀ ਸੀਗਾ ਕੰਸਲਟੈਂਟ ਜਿਹੜਾ ਉਹਨੂੰ STS ਕੈਟਾਗਰੀ ਦੇ ਵਿੱਚ ਅਪਲਾਈ ਕਰਦਾ ਸੀ। ਤਾਂ ਹੁਣ ਜਿਹੜਾ PT ਦੇ ਨਾਲ ਆਈਲੈਟਸ ਤੇ ਟੋਫਲ ਦੇ ਨਾਲ ਜਿਹੜਾ ਵੀਜ਼ਾ ਗ੍ਰਾਂਟ ਹੋ ਰਿਹਾ, ਜਿਹੜਾ ਡੁਲਿੰਗੋ ਟੈਸਟ ਹੈ ਉਹ ਉਹਨੂੰ ਨਾਟ ਐਕਸੈਪਟ ਨਹੀਂ ਹਾਲੇ ਕਰ ਰਿਹਾ, ਤੇ PT ਦੇ ਨਾਲ ਜਿਹੜਾ ਸਾਡਾ ਵੀਜ਼ਾ ਗ੍ਰਾਂਟ ਹੋਇਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਬੱਚੇ ਦੇ 5.5 ਬੈਂਡ ਵਾਲੇ ਬੱਚੇ ਦਾ ਵੀ ਜਿਹੜਾ ਵੀਜ਼ਾ ਆ ਗਿਆ, ਤਾਂ ਇਸ ਦਾ ਮਤਲਬ ਚਾਂਸਸ ਕੀ ਲੱਗ ਰਹੇ ਨੇ? ਐਮਬੈਸੀ ਕੀ ਮਤਲਬ ਪੋਜ਼ਿਟਿਵਿਟੀ ਦਿਖਾ ਰਹੀ ਹੈ ਕਿ ਹੁਣ ਆਉਣ ਦੋ ਵੀਜ਼ੇ, ਐਪਲੀਕੇਸ਼ਨ ਆਉਣ ਦੋ ਤੇ ਵੀਜ਼ੇ ਲਈ ਜਾਓ? ਨਹੀਂ, ਇਸ ਤਰ੍ਹਾਂ ਦੇਖੋ, ਜਿਹੜਾ ਵੀਜ਼ਾ ਦਾ ਰਿਜ਼ਲਟ ਜਿਸ ਤਰ੍ਹਾਂ ਕੱਲ ਰਿਜ਼ਲਟ ਆਇਆ, ਮੈਨੂੰ ਬੜੀ ਖੁਸ਼ੀ ਕੋਈ ਸਵੇਰੇ ਮਾਰਨਿੰਗ 6:30 ਵਜੇ ਉੱਠਿਆ ਤਾਂ ਦੇਖਿਆ ਜੀ ਹਾਈ ਕਮਿਸ਼ਨ ਵੱਲੋਂ ਮੇਲਸ ਆ ਰਹੀਆਂ, ਤਾਂ ਉਹਦੇ ਵਿੱਚ ਜਿਹੜੇ ਜਿਸ ਤਰ੍ਹਾਂ ਹਾਈ ਕਮਿਸ਼ਨ ਦਾ ਰਿਜ਼ਲਟ ਆਊਟ ਹੋਇਆ ਉਸ ਹਿਸਾਬ ਨਾਲ ਤਾਂ ਇਹ ਲੱਗ ਰਿਹਾ ਕਿ ਹਾਈ ਕਮਿਸ਼ਨ ਜਿਹੜਾ ਐਤਕੀ AIP ਗ੍ਰਾਂਟ ਕਰੇਗਾ, ਪਰ ਗੱਲ ਉਹੀ ਆ ਗਈ AIP ਉਹਨਾਂ ਦੇ ਗ੍ਰਾਂਟ ਕਰੇਗਾ ਜਿਨ੍ਹਾਂ ਦੀ ਫਾਈਲ ਕੰਪਲੀਟ ਐਮਬੈਸੀ ਵਿੱਚ ਜਮ੍ਹਾਂ ਹੋਈ ਹੈ,
ਜਿਨ੍ਹਾਂ ਦੀ ਐਸਓਪੀ ਕਵਰਿੰਗ ਲੈਟਰ ਅੱਛੀ ਬਣੀ ਹੈ, ਜਿਨ੍ਹਾਂ ਨੇ ਫਰਸਟ ਸਟੇਜ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਕੀਤਾ ਹੈ। ਮਤਲਬ ਹੁਣ ਤੁਸੀਂ ਵੀ ਆਪਣੇ ਟੈਗਲਾਈਨ ਇੱਕ ਚਲਾ ਸਕਦੇ ਹੋ ਕਿ 5.5 ਬੈਂਡ ਵਾਲੇ ਵੀ ਤੇ ਨੰਬਰ ਜਿਹਦੇ ਘੱਟ ਹੋਣ ਉਹਨਾਂ ਦੇ ਵੀ ਵੀਜ਼ੇ ਲੱਗਣਗੇ। ਨਹੀਂ ਦੇਖੋ, ਟੈਗਲਾਈਨ ਸਾਡੀ ਬਸ ਇੱਕ ਹੀ ਹੈ ਜੀ, ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਘੱਟ ਬੈਂਡ ਵਾਲਾ, ਹਾਂ ਜਿਹੜੇ ਬੱਚਿਆਂ ਦੇ ਓਵਰਆਲ 6 ਹੈ, ਕਿਸੇ ਇੱਕ ਮੋਡਿਊਲ ਵਿੱਚ 5.5 ਹੈ, ਉਹਨਾਂ ਦਾ ਵੀਜ਼ਾ ਸਾਡੇ ਲੱਗੇ ਹੈ, ਪਲੱਸ ਪੀਟੀ ਦੇ ਨਾਲ ਲੱਗੇ ਹੈ। ਤਾਂ ਜਿਹੜੇ ਇੱਕ 'ਚੋਂ 5.5 ਦੀ ਪ੍ਰੋਮੋਸ਼ਨ ਸਾਡੀ ਪਹਿਲਾਂ ਵੀ ਚੱਲ ਰਹੀ ਸੀ, ਹੁਣ ਕੰਟੀਨਿਊ ਚੱਲੇਗੀ। ਤੇ ਜਿਹੜਾ ਪੀਟੀ ਦਾ ਉਹਦਾ ਰਿਜ਼ਲਟ ਬਹੁਤ ਵਧੀਆ ਹੈ ਸਾਨੂੰ। ਤੁਸੀਂ ਜਿਸ ਤਰ੍ਹਾਂ ਕਿਹਾ ਕਿ 7 ਨੂੰ ਪਹਿਲਾਂ ਨਾਰਮਲ ਜਿਹੜੀਆਂ AIPs ਆ ਗਈਆਂ ਸੀ, ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਸਾਡੀਆਂ 12 ਆਈਆਂ ਨੇ ਪੰਜਾਬ ਦੇ ਵਿੱਚ, ਕਿਸੇ ਹੋਰ ਬਾਕੀ ਕੰਸਲਟੈਂਟਸ ਨੇ ਵੀ ਦਿਖਾਇਆ ਨੇ ਕਿ ਉਹਨਾਂ ਦੀਆਂ ਵੀ AIP ਆਈਆਂ ਨੇ। ਤੁਸੀਂ ਆ 12 AIP ਲੈ ਕੇ ਕਿਹੜਾ ਵੱਡਾ ਤੀਰ ਮਾਰਿਆ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਸਾਡਾ ਪਹਿਲਾ AIP ਆਇਆ ਸੀ ਉਹ ਆਇਆ ਸੀ 11 ਤਰੀਕ ਨੂੰ, ਜਿੰਦੀ ਅਪਰੂਵਲ ਡੇਟ 7 ਦੀ ਹੈ। ਉਸ ਤੋਂ ਬਾਅਦ ਸਾਨੂੰ ਕੱਲ ਰਾਤੀ 12 ਨਹੀਂ 11 AIP ਆਏ ਆ। ਉਹ ਜਿਹੜੇ 11 AIP ਸਾਨੂੰ ਰਿਸੀਵਡ ਹੋਏ ਆ, ਉਹ ਸਾਰੇ AIP ਜਿਹੜੇ ਆ ਸਾਡੇ ਆਪਣੇ ਸਟੂਡੈਂਟਸ ਆਏ ਆ, ਜਿਨ੍ਹਾਂ ਨੇ ਵਿਜ਼ਨ ਗਰੁੱਪ ਥਰੂ ਫਾਈਲ ਲਾਈ ਹੈ। ਤੇ ਜਿਹੜੇ ਬਾਕੀਆਂ ਨੇ ਪਾਏ ਸੀ ਉਹਨਾਂ ਦੇ ਆਪਣੇ ਸਟੂਡੈਂਟ ਨਹੀਂ ਸੀ? ਨਹੀਂ, ਦੇਖੋ ਹੋ ਕੀ ਰਿਹਾ ਮਾਰਕੀਟ ਵਿੱਚ, ਮੈਂ ਨਹੀਂ ਕਹਿੰਦਾ ਸਾਰੇ ਕੰਸਲਟੈਂਟ ਮਾੜੇ ਹੈ। ਕੁਝ ਕੰਸਲਟੈਂਟ ਵਿੱਚ ਇਸ ਤਰ੍ਹਾਂ ਦੇ ਹੈ ਕਿ ਯੂਨੀਵਰਸਿਟੀ ਨੇ ਕੰਸਲਟੈਂਟ ਨੂੰ ਮੇਲ ਕੀਤੀ ਕਿ ਸਾਡੇ AIP ਗ੍ਰਾਂਟ ਹੋ ਗਏ। ਕੁਝ ਯੂਨੀਵਰਸਿਟੀਜ਼ ਨੇ, ਕੁਝ ਕਾਲਜਸ ਨੇ ਪ੍ਰਮੋਸ਼ਨ ਲਈ ਸਾਨੂੰ ਮੇਲ ਕੀਤੀ ਕਿ ਸਾਡੇ AIP ਗ੍ਰਾਂਟ ਹੋ ਗਏ। ਕੰਸਲਟੈਂਟ ਨੇ ਕੀ ਕੀਤਾ, ਉਹਦਾ ਪ੍ਰਿੰਟ ਆਊਟ ਕੱਢਿਆ, ਆਪਣੇ ਕੰਪਨੀ ਲੋਗੋ ਲਾਇਆ ਤੇ ਡਿਸਪਲੇ ਕਰਤਾ ਜੀ ਮੇਰਾ AIP ਆ ਗਿਆ। ਔਰ 7 ਤਰੀਕ ਨੂੰ ਜਿੰਨੇ ਕੋਈ AIP ਜਾਂ 8 ਤਰੀਕ ਨੂੰ 9 ਤਰੀਕ ਨੂੰ ਜਿੰਨੇ ਕੋਈ ਲੋਕਾਂ ਨੇ ਕੰਸਲਟੈਂਟ ਨੇ ਆਪਣੇ ਫੇਸਬੁੱਕ ਪੇਜ ਤੇ AIP ਚੜਾਏ ਆ, ਆਈ ਥਿੰਕ ਸੋ ਇੰਨੇ AIP ਹਾਈ ਕਮਿਸ਼ਨ ਸ਼ਾਇਦ ਗ੍ਰਾਂਟ ਵੀ ਨਾ ਕੀਤੇ ਹੋਣ। ਤਾਂ ਜਿਹੜਾ ਰਿਜ਼ਲਟ ਹੈ ਉਹ ਨੋ ਡਾਊਟ ਆਏ ਹੈ, ਪਰ ਜਿਸ ਤਰ੍ਹਾਂ ਕੁਝ ਕੰਪਨੀ ਦੇ ਆਏ ਹੈ, ਹਰ ਇੱਕ ਕੰਪਨੀ ਦਾ AIP ਨਹੀਂ ਆ ਰਿਹਾ। ਤਾਂ AIP ਉਹਨਾਂ ਦੇ ਆ ਰਿਹਾ ਜਿਨ੍ਹਾਂ ਦੀ ਫਾਈਲ ਕੰਪਲੀਟ ਹਾਈ ਕਮਿਸ਼ਨ ਦੇ ਵਿੱਚ ਲੱਗੀ ਸੀ। ਸਾਡਾ ਪਹਿਲਾ AIP 11 ਨੂੰ ਆਇਆ, ਸਾਡਾ ਇੱਕ ਆਇਆ, ਆਪਾਂ 21 ਸ਼ੋਅ ਕੀਤਾ। ਕੱਲ ਸਾਡੇ 11 AIP ਆਪਾਂ 11 AIP ਲੈ ਖੜੇ ਆ। ਔਰ ਕਈਆਂ ਨੇ ਤਾਂ 15 20 ਵੀ ਸ਼ੋਅ ਕਰ ਦਿੱਤੇ ਨੇ ਕਿ ਸਾਡੇ ਇੰਨੇ AIP ਆਏ ਨੇ। ਕੀ ਤੁਸੀਂ ਜਾਂ ਸਟੂਡੈਂਟ ਨੇ ਉਹਨਾਂ AIP ਦਾ ਚੈੱਕ ਕੀਤਾ ਕਿ ਉਹ ਉਹਦੇ ਵਿੱਚ 21 ਫਾਈਲ ਨੰਬਰ ਸਾਰੀ AIP 'ਚ ਘੁੰਮਦਾ ਪਿਆ ਕਿ ਫਾਈਲ ਨੰਬਰ ਵੱਖਰੇ ਵੱਖਰੇ ਹੈ? ਅੱਛਾ, ਮਤਲਬ ਇਹ ਵੀ ਚੱਲ ਰਿਹਾ ਕਿ ਇੱਕੋ ਫਾਈਲ ਨੰਬਰ ਵਾਲੀ AIP ਚੱਲ ਰਹੇ ਨੇ। ਮੈਂ ਐਗਜ਼ਾਮਪਲ ਤੌਰ ਤੇ ਮੰਨ ਲਓ ਇਹ ਸਟੂਡੈਂਟ ਹੈ, ਹੁਣ ਇਹਦਾ ਮੈਂ ਅਗਰ ਇਹੀ ਫਾਈਲ ਦੀ 4 ਫੋਟੋਕਾਪੀ ਕਰਕੇ ਆਦਾ ਮੇਰੇ 4 AIP ਹੈ ਤਾਂ ਮੈਂ ਨਹੀਂ ਕਹਿ ਸਕਦਾ ਨਾ। ਸਾਡੇ ਕੋਲ 11 AIP ਆਏ ਹੈ, ਔਰ 11 ਦੇ 11 ਡਿਫਰੈਂਟ ਸਟੂਡੈਂਟ ਦੇ ਹੈ, ਜਿਨ੍ਹਾਂ ਦਾ ਆਈਲੈਟਸ ਦੇ ਨਾਲ ਵੀਜ਼ਾ ਆਇਆ, 6C 'ਚ ਨਾਲ ਆਇਆ, 21 'ਚ 5.5 ਦੇ ਨਾਲ ਆਇਆ ਤੇ PT ਦੇ ਨਾਲ ਆਇਆ। ਤੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਈ ਏਜੰਟਾਂ ਨੇ ਇੱਕੋ AIP ਤੇ ਐਡੀਟਿੰਗ ਕਰਕੇ ਸਾਰੇ ਚਲਾਤੇ। ਨਹੀਂ ਦੇਖੋ, ਉਹ ਕਿਸ ਤਰ੍ਹਾਂ ਹੋਇਆ ਮੈਨੂੰ ਨਹੀਂ ਪਤਾ, ਪਰ ਗੱਲ ਇਹ ਹੈ ਕਿ ਜਿਹੜਾ AIP ਮਤਲਬ ਹੋਇਆ ਇਦਾਂ ਮਾਰਕੀਟ 'ਚ ਕਹਿ ਸਕਦੇ ਆ। ਪਰ ਜਿਹੜਾ ਜਿਸ ਤਰ੍ਹਾਂ ਲੋਕ ਕੰਸਲਟੈਂਟ AIP 'ਚ ਪਾ ਰਹੇ ਕਿ ਸਾਡਾ AIP ਗ੍ਰਾਂਟ ਹੋ ਗਿਆ, ਸਾਡਾ AIP ਗ੍ਰਾਂਟ ਹੋ ਗਿਆ, 7 ਨੂੰ AIP ਆਏ, ਉਸ ਤੋਂ ਬਾਅਦ ਸਾਰੇ AIP 11 ਨੂੰ ਆਏ ਆ। ਵਿੱਚ ਕਈ ਕੰਸਲਟੈਂਟ ਇੱਦਾਂ ਜਿਨ੍ਹਾਂ ਨੇ ਆਪਣੇ ਫੇਸਬੁੱਕ ਤੇ AIP ਨੂੰ ਚੜਾਈ, ਸਾਡਾ AIP ਆ ਗਿਆ, 3 ਘੰਟੇ ਬਾਅਦ ਉਸ ਨੂੰ ਡਿਲੀਟ ਕਰਤਾ। ਔਰ ਈਵਨ ਜਿਹੜੇ ਸਾਡੇ AIP ਗ੍ਰਾਂਟ ਹੋਏ, ਆਪਾਂ ਇਹਨਾਂ ਸਟੂਡੈਂਟ ਦੇ ਬਕਾਇਦਾ ਟੈਸਟੀਮੋਨੀਅਲ, ਬਕਾਇਦਾ ਇਹਨਾਂ ਦਾ ਫੀਡਬੈਕ ਆਪਣੇ ਫੇਸਬੁੱਕ ਪੇਜ ਤੇ ਆਪਣੇ ਸ਼ੋਅ ਤੇ ਵਿੱਚ ਵੀ ਦਿਖਾਵਾਂਗੇ। ਮਤਲਬ ਕਈ ਏਜੰਟਸ ਨੇ ਇਹ ਵੀ ਕੀਤਾ ਕਿ AIP ਆਉਣ ਤੋਂ ਬਾਅਦ 2-3 ਘੰਟਿਆਂ ਬਾਅਦ ਡਿਲੀਟ ਵੀ ਕੀਤੇ ਨੇ ਆਪਣੇ ਫੇਸਬੁੱਕ ਪੇਜ ਤੋਂ। ਪ੍ਰਮੋਸ਼ਨ ਲਈ ਉਹਨਾਂ ਨੇ ਚਲਾਇਆ, ਉਸ ਦਾ ਪ੍ਰਮੋਸ਼ਨ ਖਤਮ ਹੋ ਗਈ, ਨਾਲ ਹੀ ਉਹਨੇ ਡਿਲੀਟ ਕਰਤਾ। ਅਗਰ ਮੰਨ ਲਓ ਮੇਰਾ AIP ਆਇਆ ਹੁੰਦਾ ਤਾਂ ਮੈਂ ਤਾਂ ਆਪਣੇ ਪ੍ਰਮੋਸ਼ਨ ਤੇ ਦਿਖਾਊਂਗਾ ਜੀ ਮੇਰਾ ਇਹ AIP ਆਇਆ, ਤੁਸੀਂ ਇਹ ਬੱਚੇ ਦਾ ਨਾਮ ਹੈ, ਇਹ ਉਹਦਾ ਪਿੰਡ ਦਾ ਨਾਮ ਹੈ, ਇਹ ਉਹਦਾ ਕਾਲਜ ਦਾ ਆਇਆ। ਹੁਣ ਜਿੰਨੇ AIP ਗ੍ਰਾਂਟ ਹੋਏ ਆ ਤੁਹਾਨੂੰ ਇੱਕ ਸਟੂਡੈਂਟ ਦਾ ਬਕਾਇਦਾ ਟੈਸਟੀਮੋਨੀ ਆਉਣ ਵਾਲੇ 2 ਦਿਨਾਂ ਦੇ ਅੰਦਰ ਦਿਖਾਵਾਂਗੇ। ਬਕਾਇਦਾ ਸਟੂਡੈਂਟ ਆਪਣਾ ਪ੍ਰੋਫਾਈਲ ਤੁਹਾਨੂੰ ਦੱਸੇਗਾ। AIP ਲੋਕਾਂ ਵਾਸਤੇ ਨਵੀਂ ਹੈ, ਲੋਕ ਕਿੱਦਾਂ ਸਮਝਣ ਕਿ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਈ ਏਜੰਟਸ ਗੁੰਮਰਾਹ ਕਰ ਰਹੇ ਨੇ ਇੱਕੋ AIP ਤੇ ਬਾਰ-ਬਾਰ ਚੜਾ ਕੇ, ਲੋਕ ਸਮਝਣ ਕਿੱਦਾਂ, ਫਰਕ ਕਿੱਦਾਂ ਸਮਝਣ ਦੋਨੋਂ AIPs? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਕੰਸਲਟੈਂਟ ਦਾ AIP ਗ੍ਰਾਂਟ ਹੋਇਆ, AIP ਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਦਾ ਫੋਰ ਐਗਜ਼ਾਮਪਲ ਅਗਰ ਮੈਂ ਕਹਾਂ ਇੱਕ ਸਟੂਡੈਂਟ ਹੈ, ਹੁਣ ਇਸ ਸਟੂਡੈਂਟ ਦਾ ਜਿਹੜਾ AIP ਗ੍ਰਾਂਟ ਹੋਇਆ, ਇਹ ਇਹਦੇ ਵੀਜ਼ਾ ਗ੍ਰਾਂਟ ਡੇਟ ਹੈ, ਇਹ ਇਹਦਾ UCI ਨੰਬਰ ਹੈ, ਇਹ ਇਹਦਾ ਐਪਲੀਕੇਸ਼ਨ ਨੰਬਰ ਹੈ। ਹੁਣ ਇਹ ਸਟੂਡੈਂਟ ਤੇ ਇਹ ਸਟੂਡੈਂਟ ਦਾ ਦੋਨਾਂ ਦੇ ਅਕਸ਼ਰਾਂ ਸਭ ਕੁਝ ਫਰਕ ਹੈ। ਤਾਂ ਜਿਹੜਾ ਰਿਜ਼ਲਟ ਹੈ ਨਾ ਉਹ ਐਪਲੀਕੇਸ਼ਨ ਮੈਚ ਕਰੇਗਾ ਤੇ ਨਾ ਉਹ UCI ਨੰਬਰ ਮੈਚ ਕਰੇਗਾ ਤੇ ਨਾ ਡੇਟ ਮੈਚ ਕਰੇਗੀ। ਹੁਣ ਡੇਟ 13 ਤਰੀਕ ਨੂੰ ਇਹ ਵੀਜ਼ਾ ਗ੍ਰਾਂਟ ਹੈ, 13 ਤਰੀਕ ਨੂੰ ਇਹ ਵੀ ਵੀਜ਼ਾ ਗ੍ਰਾਂਟ ਹੋਇਆ। ਤਾਂ ਇਹ ਹੁਣ ਇਹ ਡਿਪੈਂਡ ਹੈ ਕਿ ਜਿਹੜਾ ਸਟੂਡੈਂਟ ਆ ਉਹ ਕਿੰਨਾ ਸਮਝਦਾਰ ਹੈ। ਕਿਉਂਕਿ ਥੋੜੇ ਦਿਨ ਪਹਿਲਾਂ ਕੱਲ ਇੱਕ ਵੈਬੀਨਾਰ ਸੀਗਾ ਕੈਨੇਡਾ ਹਾਈ ਕਮਿਸ਼ਨ ਦਾ, ਉਹਦੇ ਵਿੱਚ ਇੱਕ ਸਵਾਲ ਬੜਾ ਪੁੱਛਿਆ, ਆਈ ਥਿੰਕ ਸੋ ਬਹੁਤ ਸਾਰੇ ਕੰਸਲਟੈਂਟ ਨੇ ਉਸ ਨੂੰ ਅਟੈਂਡ ਕੀਤਾ, ਸਟੂਡੈਂਟ ਨੇ, ਉਹ ਸਾਰੇ ਮੇਰੀ ਇਸ ਗੱਲ ਤੋਂ ਮੰਨਣਗੇ ਵੀ ਕਿ ਉਹਨਾਂ ਨੇ ਵਿੱਚ ਇੱਕ ਲਾਈਨ ਐਡ ਕੀਤੀ ਕਿ ਪੰਜਾਬ ਦੇ ਕੁਝ ਕੰਸਲਟੈਂਟ ਕਹਿ ਰਹੇ ਹੈ ਕਿ ਸਾਡੀ ਵੀਜ਼ਾ ਆਫਿਸਰ ਨਾਲ ਗੱਲ ਹੋ ਗਈ ਹੈ ਔਰ ਉਹਨਾਂ ਨਾਲ ਮੇਰੀ ਗੱਲ ਹੋ ਗਈ, ਕਹਿੰਦਾ ਸਾਰਿਆਂ ਨੂੰ AIP ਵੰਡਾਂਗੇ। ਇਹ ਸਵਾਲ ਵੀਜ਼ਾ ਆਫਿਸਰ ਨੂੰ ਪੁੱਛਿਆ ਅੰਦਰ ਹੀ ਐਮਬੈਸੀ ਦੇ ਕਿਸੇ ਇੰਪਲੋਈ ਨੇ, ਕਿਉਂਕਿ ਕੱਲ ਦੇ ਵੈਬੀਨਾਰ ਸੀ, ਤਾਂ ਉਹਨੇ ਲਿਖ ਕੇ ਤਾਂ ਫੇਕ ਨਿਊਜ਼ ਹੈ।
ਤਾਂ ਇਹ ਜਿਹੜੀ ਅਫਵਾਹ ਚੱਲੀ ਕਿ ਮੇਰੀ ਐਮਬੈਸੀ ਦੇ ਵਿੱਚ ਸੈਟਿੰਗ ਹੈ, ਮੇਰੀ ਵੀਜ਼ਾ ਆਫਿਸਰ ਨਾਲ ਗੱਲ ਹੋ ਗਈ ਹੈ, ਸਾਰੇ AIP ਨੂੰ ਮਿਲਣਗੇ। ਵੀਜ਼ਾ AIP ਗ੍ਰਾਂਟ ਹੋਣਾ ਬੱਚੇ ਦੇ ਡਾਕੂਮੈਂਟਸ ਦੇ ਆਧਾਰ ਤੇ। ਬੱਚੇ ਦੀ ਡਾਕੂਮੈਂਟਸ ਤੁਸੀਂ ਕੰਪਲੀਟ ਲਗਾਏ ਹੈ, ਤੁਹਾਡਾ ਕਵਰਿੰਗ ਲੈਟਰ ਹੈ, ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਲਿਖਿਆ ਕਿ ਹਾਈਲੀ ਰਿਕਮੈਂਡਡ ਕਰਕੇ ਉਹਨਾਂ ਨੇ ਬੋਲਿਆ ਕਿ ਜਿਹੜੇ ਸਟੂਡੈਂਟ ਫਾਈਲ ਲਗਾ ਰਹੇ ਆ ਉਹ ਹਾਈਲੀ ਰਿਕਮੈਂਡਡ ਹੈ। ਆਪਣੀ ਫਾਈਲ ਦੇ ਵਿੱਚ ਇਹ ਚੀਜ਼ ਮੈਂਸ਼ਨ ਕਰਾਂ ਤੁਸੀਂ ਕੈਨੇਡਾ ਕਿਉਂ ਆਉਣਾ ਚਾਹੁੰਦੇ ਹੋ ਇਸ ਟਾਈਮ ਦੇ ਉੱਤੇ, ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ। ਅਗਰ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਹੈ ਤਾਂ ਤੁਸੀਂ ਗੈਪ ਦੇ ਵਿੱਚ ਕੁਝ ਕੀਤਾ ਤਾਂ ਗੈਪ ਦੇ ਸਾਰੇ ਪ੍ਰੂਫ ਤੁਸੀਂ ਨਾਲ ਲਗਾਓ। ਨਹੀਂ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀਜ਼ਾ ਆਫਿਸਰ ਨਾਲ ਸੈਟਿੰਗ ਹੋ ਗਈ, ਇਹ ਡਾਇਲੌਗ ਕਾਫੀ ਪੁਰਾਣਾ ਚੱਲਿਆ ਆ ਰਿਹਾ ਏਜੰਟਸ ਦਾ। ਜਦੋਂ ਹਜੇ AIP ਦਾ ਨਾਮ ਹੀ ਨਹੀਂ ਆਇਆ ਸੀ ਉਦੋਂ ਦਾ ਚੱਲ ਰਿਹਾ ਕਿ ਸਾਡੀ ਉੱਥੇ ਕੈਨੇਡਾ ਦੀ ਐਮਬੈਸੀ ਸੈਟਿੰਗ ਹੈ, ਵੀਜ਼ਾ ਤੁਹਾਡਾ ਲੱਗ ਜਾਏਗਾ ਜਿਵੇਂ ਦੀ ਮਰਜ਼ੀ ਫਾਈਲ ਹੋਵੇ। ਤੇ ਹੁਣ AIP 'ਚ ਆ ਗਏ, ਸੈਟਿੰਗ ਅਸਲ 'ਚ ਹੁੰਦੀ ਕਿਹਦੇ ਨਾਲ ਹੈ? ਦੇਖੋ ਕੋਈ ਸੈਟਿੰਗ ਨਹੀਂ ਹੈ, ਸੈਟਿੰਗ ਦਾ ਵਰਡ ਹੈ ਹੀ ਨਹੀਂ ਕੁਝ। ਜਿਹੜਾ ਵੀਜ਼ਾ ਹੈ ਉਹ ਵੀਜ਼ਾ ਆਫਿਸਰ ਨੇ ਦੇਣਾ ਹੈ। ਮੈਨੂੰ ਐਜ਼ ਅ ਕੰਸਰਨਡ ਸਟੂਡੈਂਟ ਨੂੰ ਨਹੀਂ ਪਤਾ ਕਿਹੜੇ ਵੀਜ਼ਾ ਆਫਿਸਰ ਨੇ। ਐਮਬੈਸੀ ਸੈਟਿੰਗ ਕਰਦੀ ਹੈ ਇਦਾਂ ਏਜੰਟਸ ਨਾਲ? ਨਹੀਂ ਜੀ ਨਹੀਂ, ਕੋਈ ਸੈਟਿੰਗ ਸਮਝੋ ਨਾ, ਜਦ ਫਾਈਲ ਆਨਲਾਈਨ ਐਮਬੈਸੀ ਦੇ ਵਿੱਚ ਜਮ੍ਹਾਂ ਹੋਈ, ਤੁਸੀਂ ਫਾਈਲ ਆਨਲਾਈਨ ਸਬਮਿਟ ਕਰਤੀ, ਪਤਾ ਹੀ ਨਹੀਂ ਫਾਈਲ ਕਿਸ ਜਗ੍ਹਾ ਤੇ ਜਾਣੀ ਹੈ। ਫਾਈਲ ਇੰਡੀਆ ਦੇ ਵਿੱਚ ਹੈ, ਫਾਈਲ ਦਿੱਲੀ ਹੈ, ਫਾਈਲ ਬੰਬੇ ਹੈ, ਫਾਈਲ ਕੈਨੇਡਾ ਵੀ ਚਲੇਗੀ, ਪਤਾ ਹੀ ਨਹੀਂ ਹੈ। ਤਾਂ ਜਿਹੜਾ ਸੈਟਿੰਗ ਵਰਡ ਹੈ ਉਹ ਨਹੀਂ ਹੈ। ਉਹ ਕੰਸਲਟੈਂਟ ਨੇ ਕੀ ਕਿਹਾ ਕਿ ਹਾਂਜੀ ਬਸ ਮੈਂ ਤੇਰਾ ਵੀਜ਼ਾ ਕਰਾ ਦੂੰਗਾ, ਮੇਰੀ ਸੈਟਿੰਗ ਹੈ, ਜਦ ਕਿ ਵੀਜ਼ਾ ਬੱਚੇ ਦੇ ਡਾਕੂਮੈਂਟ ਦੇ ਆਧਾਰ ਤੇ ਮਿਲਣਾ ਹੈ, ਨਾ ਕਿ ਕੰਸਲਟੈਂਟ ਦੀ ਕਮਿਟਮੈਂਟ ਤੇ। ਹੁਣ AIP ਆ ਗਿਆ, ਬੱਚਿਆਂ ਨੇ ਆਪਣੀਆਂ ਆਨਲਾਈਨ ਕਲਾਸਿਸ ਸ਼ੁਰੂ ਕਰ ਦੇਣੀਆਂ, ਪਰ ਜੋ ਉਹਦਾ ਬਾਹਰ ਜਾਣ ਦਾ ਸੁਪਨਾ ਹੈਗਾ ਉਹ ਕਦੋਂ ਕੁ ਲੱਗਦਾ ਪੂਰਾ ਹੋਏਗਾ? ਕੀ ਅਪਡੇਸ਼ਨਸ ਆ ਉਸ ਵਾਸਤੇ? ਦੇਖੋ ਕੱਲ ਦੇ ਵੈਬੀਨਾਰ ਦੇ ਵਿੱਚ ਇੱਕ ਕਲੀਅਰ ਕਰਤਾ ਉਹਨਾਂ ਨੇ। ਸਵਾਲ ਸੀ ਕਿ ਕਦੋਂ ਤੱਕ ਉਮੀਦ ਹੈ, ਜਿਹੜਾ 2 ਸਟੇਜ ਪ੍ਰੋਸੈਸ ਤੁਸੀਂ ਦੇ ਦਿੱਤਾ, ਫਸਟ ਸਟੇਜ ਕਲੀਅਰ ਹੋ ਗਈ ਹੈ, ਔਰ ਸੈਕੰਡ ਸਟੇਜ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਾਨੂੰ ਕੀ ਸ਼ੋਰਟੀ ਬੱਚਾ ਟਰੈਵਲ ਕਰੇ। ਉਹ ਕਹਿੰਦੇ ਹਾਲੇ ਤੱਕ ਉਹ ਇਸ ਚੀਜ਼ ਨੂੰ ਆਬਜ਼ਰਵ ਕਰ ਰਹੇ ਹੈ ਕਿ ਜੋ COVID-19 ਦਾ ਇਫੈਕਟ ਹੈ ਉਹ ਕਿੰਨਾ ਕੁ। ਹਾਲੇ ਤੱਕ ਉਹਨਾਂ ਨੇ ਫਲਾਈਟਸ ਦਾ ਤੇ VFS ਖੋਲ੍ਹਣ ਦਾ ਹਾਲੇ ਕੁਝ ਨਹੀਂ ਹੈ। ਜਿਨ੍ਹਾਂ ਵੀ ਸਟੂਡੈਂਟ ਦਾ AIP ਗ੍ਰਾਂਟ ਹੋਇਆ ਉਹ ਸਟੂਡੈਂਟ ਇਸ AIP ਤੇ ਟਰੈਵਲ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹਨਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ, ਉਹਨਾਂ ਦੇ ਪਾਸਪੋਰਟ 'ਤੇ ਸਟੈਂਪਿੰਗ ਨਹੀਂ ਹੋਈ, ਪਲੱਸ ਕਈਆਂ ਦਾ ਮੈਡੀਕਲ ਵੀ ਨਹੀਂ ਹੋਇਆ। ਤਾਂ ਆਪਾਂ ਸਟੂਡੈਂਟ ਨੂੰ ਇਹ ਚੀਜ਼ ਕਹਿ ਰਹੇ ਹਾਂ ਕਿ ਤੁਸੀਂ ਆਪਣਾ 2 ਸਟੇਜ ਪ੍ਰੋਸੈਸ ਦੇ ਵਿੱਚ ਫਾਈਲ ਲਗਾਉਣਾ ਚਾਹੁੰਦੇ, ਤੁਸੀਂ ਫਸਟ ਸਟੇਜ ਦੇ ਵਿੱਚ ਆਪਣਾ ਮੈਡੀਕਲ ਸਬਮਿਟ ਕਰੋ। ਇਹ ਸਵਾਲ ਜਿਹੜਾ ਹੈ ਬਹੁਤ ਕੱਲ ਵੀ ਉਹਨਾਂ ਨੇ ਹਾਈਲਾਈਟ ਕੀਤਾ, ਕਿਉਂਕਿ ਸਵਾਲ ਸੀਗਾ ਕਿ ਅਗਰ ਬੱਚੇ ਦਾ ਫਸਟ ਸਟੇਜ ਕਲੀਅਰ ਹੋ ਜਾਂਦਾ ਹੈ ਕੀ ਸ਼ੋਰਟੀ ਹੈ ਸੈਕਿੰਡ ਸਟੇਜ ਮਿਲੇਗਾ। ਉਹਨਾਂ ਨੇ ਕਿਹਾ ਜੀ 2 ਤਰੀਕੇ ਹੈ, 2 ਰੀਜ਼ਨ ਹੋ ਸਕਦੇ। ਪਹਿਲਾ, ਬੱਚੇ ਨੇ ਆਪਣੇ ਡਾਕੂਮੈਂਟ ਜਿਹੜੇ ਆ ਫੇਕ ਲਗਾਏ ਹੋਣ, ਕਿਉਂਕਿ ਬੱਚੇ ਨੇ ਡਾਕੂਮੈਂਟ ਫੇਕ ਲਗਾਏ ਤਾਂ ਉਹ ਸੈਕਿੰਡ ਸਟੇਜ ਜਾਤੇ ਅਗਰ ਉਹਨੂੰ ਵੈਰੀਫਾਈ ਕੀਤਾ ਤਾਂ ਉਹ ਵੀ ਹੋ ਜਾਏ। ਸੈਕਿੰਡ, ਮੈਡੀਕਲ। ਅਗਰ ਬੱਚੇ ਐਗਜ਼ਾਮਪਲ ਤੌਰ ਤੇ ਉਹਨਾਂ ਨੇ ਕਿਹਾ ਮੰਨ ਲਓ ਕਿਸੇ ਬੱਚੇ ਨੂੰ ਮੈਡੀਕਲ ਉਹਨੇ ਕਰਾਇਆ, ਉਹਨੂੰ TB ਦੀ ਪ੍ਰੋਬਲਮ ਆ ਗਈ। ਅਗਰ ਉਹਨੂੰ TB ਦੀ ਪ੍ਰੋਬਲਮ ਆ ਗਈ ਤਾਂ ਜਦੋਂ ਉਹਦਾ TB ਦਾ ਟੈਸਟ ਹੋਏਗਾ, ਮੈਡੀਕਲ ਕਰਾਉਣ ਜਾਏਗਾ, ਉਸ ਤੋਂ ਹੁੰਦਾ ਇੱਕ ਹੋਰ ਟੈਸਟ ਹੁੰਦਾ ਜਿਹਦਾ 12 ਤੋਂ 16 ਹਫ਼ਤੇ ਦਾ ਟਾਈਮ ਹੁੰਦਾ ਹੈ। ਉਹ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੇ ਦਾ ਫਿਰ ਦੁਬਾਰਾ ਮੈਡੀਕਲ ਹੁੰਦਾ ਹੈ। ਉਸ ਕੇਸ ਦੇ ਵਿੱਚ ਇਹ 2 ਸਟੇਜਾਂ ਜਿਹੜੀਆਂ ਜਿਸ ਵਿੱਚ ਆ ਕੇ ਬੱਚੇ ਦਾ ਸੈਕਿੰਡ ਸਟੇਜ ਰਿਫਿਊਜ਼ ਹੋ ਸਕਦਾ, ਅਦਰਵਾਈਜ਼ ਕਹਿੰਦੇ ਚਾਂਸਿਸ ਆਰ ਵੈਰੀ ਲੈਸ। ਹੁਣ ਜਿਹੜਾ ਫਸਟ ਵਾਲਾ ਪਾਰਟ ਹੈ ਡਾਕੂਮੈਂਟ ਫੇਕ ਵਾਲਾ, ਜਾਂ ਕਿਸੇ ਨੇ ਰੋਂਗ ਇਨਫੋਰਮੇਸ਼ਨ, ਉਹ ਤਾਂ ਬੱਚੇ ਨੂੰ ਪਤਾ ਹੀ ਹੈ ਕਿ ਮੈਂ ਗਲਤ ਇਨਫੋਰਮੇਸ਼ਨ ਦਿੱਤੀ ਹੈ, ਉਸ ਦੇ ਨਾਲ ਤਾਂ ਬੱਚੇ ਦੀ ਪ੍ਰੋਬਲਮ ਹੈ। ਜਿਹੜਾ ਮੈਡੀਕਲ ਹੈ ਉਹ ਮੈਡੀਕਲ ਅਗਰ ਬੱਚਾ ਪਹਿਲਾਂ ਹੀ ਕਰਾ ਲੇ, ਉਹਨੂੰ ਪਤਾ ਕਿ ਮੈਨੂੰ ਅਗਰ ਪ੍ਰੋਬਲਮ ਆਏਗੀ ਤਾਂ ਮੈਂ ਫੀਸ ਹਾਲੇ ਨਾ ਪੇ ਕਰਾਂ, ਤਾਂ ਆਈ ਥਿੰਕ ਸੋ ਸੈਕਿੰਡ ਸਟੇਜ ਰਿਫਿਊਜ਼ਲ ਦੀ ਰੇਸ਼ੋ ਘਟਦੀ ਜਾਏਗੀ। ਮਤਲਬ ਹੁਣ ਐਮਬੈਸੀ ਵਧੀਆ ਰਿਜ਼ਲਟ ਦੇਗੀ ਬੱਚਿਆਂ ਨੂੰ? ਬਿਲਕੁਲ, ਜਿਸ ਤਰ੍ਹਾਂ ਦੇ ਕੱਲ ਸਾਨੂੰ ਰਿਜ਼ਲਟ ਮਿਲੇ ਹੈ, ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਬਾਅਦ ਤੁਹਾਨੂੰ ਹੋਰ ਵੀ ਬਹੁਤ ਸਾਰੇ ਸਟੂਡੈਂਟ ਦੇ ਰਿਜ਼ਲਟ ਦਿਖਾਵਾਂਗੇ। ਪਲੱਸ ਜਿਨ੍ਹਾਂ ਦੇ ਸਾਡੇ AIP ਗ੍ਰਾਂਟ ਹੋਏ, ਇਹਨਾਂ ਸਾਰੇ ਸਟੂਡੈਂਟ ਤੁਹਾਡੇ ਸਾਹਮਣੇ ਰੂਬਰੂ ਕਰਾਵਾਂਗੇ। ਤੁਸੀਂ ਤਾਂ ਨਹੀਂ ਐਡਿਟ ਕਰਕੇ ਚਲਾਓਗੇ? ਦੇਖੋ ਇਹ ਬੱਚੇ ਦੱਸਣਗੇ, ਸਾਡੇ ਜਿਹੜੇ ਵੀਜ਼ੇ ਆ ਉਹ ਸਾਡੇ ਆ ਕਿ ਕਿਸੇ ਹੋਰ ਦੇ ਆ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉਪਲ ਜੀ, ਜਿਨ੍ਹਾਂ ਨੇ ਦੱਸਿਆ ਕਿ 12 ਇਹਨਾਂ ਦੇ AIP ਆਏ ਨੇ ਅਤੇ ਇਹਨਾਂ ਨੇ 12 ਦੇ 12 AIP ਦਿਖਾਏ ਵੀ ਨੇ ਕਿ ਕਿੰਨੇ ਕੁ ਸੱਚ ਤੇ ਜਿਹੜੇ ਫੇਕ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਆਪਣੇ ਵਾਲੇ ਵੀ ਦਿਖਾਏ ਨੇ ਕਿ 12 ਦੇ 12 ਸਟੂਡੈਂਟਸ ਦੇ ਇਹਨਾਂ ਦੇ ਜੈਨੂਅਨ AIP ਆਏ ਨੇ। ਤੇ ਇਹ ਵੀ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਹੈ ਕਿ ਐਮਬੈਸੀ ਵਧੀਆ ਰਿਜ਼ਲਟ ਦੇਗੀ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਘੱਟ ਬੈਂਡ ਵਾਲੇ ਬੱਚਿਆਂ ਦੇ ਵੀ ਤੇ PT ਵਾਲਿਆਂ ਦੇ ਵੀ AIP ਜਿਹੜੇ ਆਉਣੇ ਸ਼ੁਰੂ ਹੋ ਗਏ ਨੇ। ਤਾਂ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਐਮਬੈਸੀ ਵਧੀਆ ਰਿਜ਼ਲਟ ਦੇਗੀ ਅਤੇ ਜਿਹੜੇ ਬੱਚਿਆਂ ਦਾ ਸੁਪਨਾ ਬਾਹਰ ਜਾਣ ਦਾ ਉਹ ਛੇਤੀ ਪੂਰਾ ਹੋ ਜਾਏਗਾ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਲੁਧਿਆਣਾ ਟਾਈਮ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।